ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਵੀ ਸਪਰਿੰਗ ਸਟਾਰਟ ਹੋ ਗਈ, ਪਰ ਨਾਲ ਨਾਲ ਵੀ ਜਿਵੇਂ ਆਪਣੇ ਚੈਰੀ ਬਲੌਸਮ ਬਿਲਕੁਲ ਖਿਲੇ ਹੋਏ ਨੇ ਉਰੇ ਵਾਸ਼ਿੰਗਟਨ ਡੀਸੀ ਦੇ ਵਿੱਚ। ਪਰ ਅੱਜ ਮੀਂਹ ਸਵੇਰ ਦਾ ਪੈ ਰਿਹਾ ਤੇ ਤਾਂ ਵੀ ਸੰਗਤ ਪੂਰੇ ਜੋਰਾਂ ਸ਼ੋਰਾਂ ਨਾਲ ਉਰੇ ਪ੍ਰੋਟੈਸਟ ਕਰ ਰਹੀ ਹੈ ਮੈਰੀਲੈਂਡ, ਵਰਜੀਨੀਆ, ਵਾਸ਼ਿੰਗਟਨ ਡੀਸੀ ਤੋਂ। ਸੋ ਕਿਸਾਨਾਂ ਦੇ ਝੰਡੇ ਪੂਰੇ ਬੁਲੰਦ ਨੇ। ਸੋ ਅੱਜ ਚੌਥਾ ਹਫਤਾ ਚੱਲ ਰਿਹਾ ਹੈਗਾ ਸਾਡੇ ਪ੍ਰੋਟੈਸਟ ਦਾ, ਤੇ ਅਸੀਂ ਇੱਕ ਇੱਕ ਕਰਕੇ ਤੁਹਾਡੀ ਗੱਲ ਵੀ ਕਰਾਉਣੇ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਅੱਛਾ, ਪਹਿਲਾਂ ਹੁੰਦਲ ਸਾਹਿਬ ਨਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹੁੰਦਲ ਸਾਹਿਬ ਕੀ ਹਾਲ ਚਾਲ ਹੈ ਜੀ? ਮੈਂ ਰੋਜ਼ ਹੀ ਤੁਹਾਡੇ ਨਾਲ ਜੁੜਦਾ ਇਸੇ ਟਾਈਮ ਤੇ ਹੀ। ਤੇ ਸਾਡਾ ਜਿਹੜਾ ਇੱਥੇ ਕਾਨੂੰਨ ਦਾ ਦਿਨ ਆ ਜਾਂ ਵੀਕ ਆ, ਚੌਥਾ ਵੀਕ ਆ, ਚੌਥੇ ਵੀਕ ਦਾ ਤੀਜਾ ਦਿਨ ਅੱਜ ਕੰਪਲੀਟ ਹੋ ਜਾਣਾ। ਔਰ ਮੈਂ ਤੁਹਾਡੀ ਵੀ ਸਾਰਿਆਂ ਦੀ ਬੜੀ ਮਿਹਰਬਾਨੀ, ਤੁਹਾਡਾ ਹੱਥ ਜੋੜ ਕੇ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਦਾ ਤੇ ਮਿਹਰਬਾਨੀ ਕਰਦਾ ਕਿ ਤੁਸੀਂ ਸਾਨੂੰ ਵਾਚ ਵੀ ਕਰਦੇ ਹੋ ਤੇ ਸਾਡੇ ਕਹਿਣ ਦਾ ਤੁਹਾਡੇ ਥੋੜ੍ਹਾ ਬਹੁਤਾ ਅਸਰ ਵੀ ਹੁੰਦਾ। ਸ਼ੇਅਰ ਤੇ ਲਾਈਕ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ। ਔਰ ਮੈਂ ਕਿਸਾਨੀ ਮੁੱਦੇ ਦੀ ਜੇ ਗੱਲ ਕਰਾਂ, ਜਿਵੇਂ ਸਾਡੇ ਕਿਸਾਨ ਆਗੂਆਂ ਨੇ ਇੰਡੀਆ 'ਚ ਬੈਠਿਆਂ ਨੇ, ਬਾਰਡਰਾਂ 'ਤੇ ਬੈਠਿਆਂ ਨੇ ਫੈਸਲਾ ਲਿਆ ਕਿ ਰਾਜ ਸਭਾ ਘਿਰਾਂਗੇ। ਤੇ ਜੇ ਤੁਸੀਂ ਰਾਜ ਸਭਾ ਘਿਰੋਗੇ ਤੇ ਅਸੀਂ ਵੀ ਇੱਥੋਂ ਥੋੜਾ ਸਟੈਪ ਹੋਰ ਲੈ ਕੇ ਤੇ ਇਹਨਾਂ ਦੀ ਪਾਰਲੀਮੈਂਟ ਜਿਹੜੀ ਆ ਕੈਪੀਟਲ ਹਿੱਲ ਉੱਥੇ ਜਾਵਾਂਗੇ, ਉੱਥੇ ਜਾ ਕੇ ਪ੍ਰੋਟੈਸਟ ਕਰਾਂਗੇ। ਜਿਵੇਂ ਜਿਵੇਂ ਉੱਥੇ ਤੁਹਾਡਾ ਹੁਕਮ ਹੋਏਗਾ ਤਿਵੇਂ ਤਿਵੇਂ ਅਸੀਂ ਵੀ ਇੱਥੇ ਨਾਲ ਚੱਲਾਂਗੇ। ਤੇ ਦੋਸਤੋ, ਇਹ ਕਿਸਾਨੀ ਮੁੱਦਾ ਇੱਕ ਦਿਨ ਹੱਲ ਨਹੀਂ ਹੋਣਾ, ਇਹ ਲੰਮਾ ਸਮਾਂ ਚੱਲਣਾ ਤੇ ਜਿਗਰੇ ਸਾਡੇ ਬਹੁਤ ਆ। ਜੇ ਤੁਸੀਂ ਉੱਥੇ ਆਪਣੇ ਕਾਰੋਬਾਰ ਛੱਡ ਕੇ ਤੇ ਰੋਜ਼ ਬਾਰਡਰਾਂ ਤੇ ਪਹਿਰਾ ਦਿੰਦੇ ਹੋ, ਇਦਾਂ ਅਸੀਂ ਵੀ ਆਪਣੇ ਕਾਰੋਬਾਰ ਇੱਥੇ ਛੱਡੇ ਹੋਏ ਨੇ ਤੇ ਪਹਿਰਾ ਦਿੰਦੇ ਆ। ਤੇ ਰੋਟੀ ਰੋਜੀ ਉਹ ਮੇਰੇ ਮਾਲਕ ਦੇ ਦੇਣੀ ਆ, ਰੱਬ ਨੇ ਦੇਣੀ ਆ। ਠੀਕ ਆ, ਤੇ ਸ਼ਾਂਤੀ ਬਣਾਏ ਰੱਖਣਾ ਆ। ਪੀਸਫੁਲੀ ਪ੍ਰੋਟੈਸਟ ਅਸੀਂ ਜਿੱਦਾਂ ਰੋਜ਼ ਕਹਿੰਦੇ ਆ ਵੀ ਵਰਲਡ ਦਾ ਇੱਕ ਨੰਬਰ ਪ੍ਰੋਟੈਸਟ ਹੈ ਜਿੱਥੇ ਅੱਜ ਤੱਕ ਕੋਈ ਵਾਇਲੇਸ਼ਨ ਨਹੀਂ ਹੋਈ। ਬਿਲਕੁਲ ਜੀ, ਹਾਂਜੀ, ਕੋਈ ਇੱਥੇ ਝਗੜਾ ਨਹੀਂ ਹੋਇਆ। ਇੱਥੇ ਦੀ ਗੱਲ ਕਰਦਾ ਮੈਂ, ਔਰ ਸਾਨੂੰ ਮਾਣ ਹੈ ਤੁਹਾਡੇ ਸਾਰਿਆਂ ਤੇ। ਇਦਾਂ ਤੁਸੀਂ ਮੇਰੇ ਵੀ ਡਟੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੁੰਦਲ ਸਾਹਿਬ ਤੇ ਹੋਰ ਸਾਰੇ ਸੰਗਤ ਦੇ ਮੈਂਬਰ ਡਿਸਪਾਈਟ ਐਨਾ ਮੀਂਹ ਉਰੇ ਅੱਜ ਪ੍ਰੋਟੈਸਟ ਕਰ ਰਹੇ ਨੇ। ਮਤਲਬ ਕਿ ਸਾਰਿਆਂ ਦੇ ਜੁੱਤੇ ਗਿੱਲੇ ਹੋ ਚੁੱਕੇ ਨੇ ਤੇ ਮੇਰੇ ਤਾਂ ਆਪਦੇ ਪੂਰੇ ਕੱਪੜੇ ਗਿੱਲੇ ਹੋ ਚੁੱਕੇ ਨੇ। ਬਟ ਆਪਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਾਸ਼ਿੰਗਟਨ ਡੀਸੀ ਤੋਂ ਕਿਸਾਨਾਂ ਦੇ ਹਮਾਇਤੀ ਅੱਜ ਵਾਈਟ ਹਾਊਸ ਅੱਗੇ ਆਪਦਾ ਡੈਮੋਸਟ੍ਰੇਸ਼ਨ ਜਿਹੜਾ ਕਿ ਸਾਡਾ ਹਾਈਵੇ ਵਿੱਚ ਪਹੁੰਚ ਗਿਆ, ਜੋਰ ਸ਼ੋਰ ਨਾਲ ਕਰ ਰਹੇ ਹਾਂ। ਅਸੀਂ ਬੀਜੇਪੀ ਦੀ ਬਖਲਾਹਟ ਤੋਂ ਜਾਣੂ ਹੋ ਗਏ ਹਾਂ। ਉਹ ਬਹੁਤ ਬਖਲਾਹਟ ਵਿੱਚ ਆਏ ਹੋਏ ਆ ਤੇ ਜੋ ਕਰਤੂਤਾਂ ਕਰ ਰਹੇ ਆ, ਕਿਸਾਨਾਂ ਦੀ ਨਿੰਦਿਆ ਕਰ ਰਹੇ, ਉਹਨੂੰ ਬੰਦ ਕਰਨੀ ਚਾਹੀਦੀ ਆ। ਬਿਲਕੁਲ। ਤੇ ਸਗੋਂ ਆਪਦੇ ਲੀਡਰ ਜਿਹੜੇ ਅਮਿਤ ਸ਼ਾਹ ਤੇ ਮੋਦੀ ਜੀ, ਉਹਨਾਂ ਨੂੰ ਜਾ ਕੇ ਦੱਸਣਾ ਚਾਹੀਦਾ ਵੀ ਇਹ ਤੁਸੀਂ ਅੱਖਾਂ ਬੰਦ ਕੀਤੀਆਂ। 400 ਤੋਂ ਜ਼ਿਆਦਾ ਸ਼ਹੀਦੀਆਂ ਹੋ ਚੁੱਕੀਆਂ, ਤੁਸੀਂ ਗੱਲ ਕਿਉਂ ਨਹੀਂ ਸੁਣਦੇ? ਰਾਮ ਰਾਜ ਵਿੱਚ ਜਦੋਂ ਰਾਮਚੰਦਰ ਜੀ ਨੂੰ ਜਨਤਾ ਦੀ ਤਕਲੀਫ ਹੁੰਦੀ ਸੀ ਤਾਂ ਰਾਤ ਨੂੰ ਭੇਸ ਵਟਾ ਕੇ ਉਹ ਲੋਕਾਂ ਦੀਆਂ ਤਕਲੀਫਾਂ ਸੁਣ ਜਾਂਦੇ ਸੀ। ਇਹ ਕਿਹੋ ਜਿਹੇ ਰਾਮ ਦੇ ਭਗਤ ਆ ਵੀ 400 ਬੰਦੇ ਮਰ ਚੁੱਕੇ ਆ, ਅਜੇ ਤੱਕ ਕਿਸਾਨਾਂ ਦੀ ਬਾਤ ਪੁੱਛਣ ਨਹੀਂ ਆਏ। ਕੀ ਇਹ ਰਾਮ ਰਾਜ ਆ? ਇਹ ਰਾਮ ਦੇ ਭਗਤ ਆ ਕਿ ਰਾਮ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਆ? ਤੋ ਅਸੀਂ ਵਜੇਦੇ ਆ ਵੀ ਜਿੰਨੀ ਦੇਰ ਸਾਡੇ ਕਿਸਾਨਾਂ ਦੇ ਇਹ ਕਾਨੂੰਨ, ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਕਿਸਾਨਾਂ ਦੇ ਹਮਾਇਤ 'ਚ ਇਹ ਸੰਘਰਸ਼ ਇੱਥੇ ਵਾਸ਼ਿੰਗਟਨ ਡੀਸੀ ਵਿੱਚ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬੇਨਤੀ ਆ, ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਸਾਰੀ ਦੁਨੀਆ ਵਿੱਚ ਅਸੀਂ ਇਹਨਾਂ ਦੀ ਡੌਂਡੀ ਪਿੱਟ ਸਕੀਏ। ਬਿਲਕੁਲ ਬਿਲਕੁਲ ਜੀ। ਸੋ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਮੀਂਹ ਪੈ ਰਿਹਾ ਬਰਾਬਰ ਤੇ ਕਿਸਾਨਾਂ ਦੇ ਬੱਚੇ ਉਰੇ ਵਾਈਟ ਹਾਊਸ ਦੇ ਮੂਹਰੇ ਆਪਦਾ ਪ੍ਰੋਟੈਸਟ ਕਰ ਰਹੇ ਨੇ। ਸੋ ਇੱਕ ਹੋਰ ਵੀ ਗੱਲ ਹੈ, ਕਿਉਂਕਿ ਆਪਾਂ ਕਹਿੰਦੇ ਆ ਵੀ ਮਾਤਾ ਤਰਤ ਮਤ ਤੇ ਮਾਤਾ ਸਾਡੀ ਧਰਤੀ ਹੈ। भगवत गीता में वसुंधरा माता हमारी धरती माता, तो पिता हमारे पानी। ठीक है ना? तो पानी से डर नहीं लगता किसी को भी, और ना ही डर लगता है बारिश से। ये तो ब्लेसिंग है हमारे लिए। सो आप सबको बताना चाहते हैं कि भैया, जो आप गोदी मीडिया देखने वाले, स्पेशली शहरों में रहने वाले लोग हैं, आपको पता नहीं है कि इस क्रांति की जड़ें कितनी गहरी हो गई हैं पूरे विश्व भर में। विश्व भर में हर मजहब के लोग, हर ऑक्यूपेशन के लोग, स्पेशली हम आज देख रहे थे वर्जीनिया में
वर्जीनिया में सबसे ज्यादा सुसाइड करने वाली ऑक्यूपेशन है फार्मिंग। ये CDC, सेंटर ऑफ डिजीज कंट्रोल, जो इनका है, जो इनका ऑफिशियल डेटा है, जैसे इंडिया में NCRB है, नेशनल क्राइम और रजिस्टर ब्यूरो, उस तरह से सुसाइड को मेंटल इलनेस की तरह लिया जाता है यहाँ पे। सो उस पर भी हम बात करेंगे। वाहिगुरू जी, बख्शीश सिंह जी, दो शब्द ਤੁਸੀਂ ਵੀ ਕਰੋ ਵੀ ਇਹਨੇ ਜਿਹੜਾ ਫਾਰਮਰ ਸੁਸਾਈਡ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈ, ਇਹ ਕਾਰਪੋਰੇਸ਼ਨਾਂ ਨੇ ਮਤਲਬ ਜਮਾਂ ਹੀ ਸ਼ਰਮ ਲਾ ਦਿੱਤੀ। ਸਾਰੀਆਂ ਸਰਕਾਰਾਂ ਨੇ ਖਰੀਦ ਲੀਆਂ। ਇੰਡੀਆ 'ਚ ਵੀ ਉਹੀ ਪ੍ਰੋਬਲਮ ਆ ਰਹੀ ਹੈ ਵੀ ਸਰਕਾਰ ਇਜ਼ ਬਾय ਦ ਕਾਰਪੋਰੇਸ਼ਨਸ, ਆਫ ਦ ਕਾਰਪੋਰੇਸ਼ਨਸ, ਫॉर ਦ ਕਾਰਪੋਰੇਸ਼ਨਸ। ਸੋ ਆਪਾਂ ਜਿਹੜੇ ਭੋਲੇ ਭਾਲੇ ਲੋਕ ਸ਼ਹਿਰਾਂ 'ਚ ਬੈਠੇ ਨੇ, ਲੱਗ ਰਿਹਾ ਜਿਵੇਂ ਕਿਸੇ ਮੋਦੀ ਜਾਂ BJP ਨੂੰ ਘੇਰਨ ਦੀ ਸਾਜ਼ਿਸ਼ ਹੋ ਰਹੀ ਹੈ। ਇਹਨਾਂ ਨੇ ਸਮਝ ਨਹੀਂ ਆ ਰਿਹਾ ਵੀ ਕਿਸਾਨ ਉਹਨਾਂ ਨੂੰ ਖਾਣਾ ਉਹਨਾਂ ਦੇ ਮੂੰਹ 'ਚ ਪੈਂਦਾ ਰਹੇ, ਜੋ ਉਹਦੇ ਵਾਸਤੇ ਲੜ ਰਹੇ ਬੇਸਿਕਲੀ। ਸੋ ਦੋ ਸ਼ਬਦ ਦੱਸੋ ਇਹਨਾਂ ਨੂੰ ਵੀ ਵਿਚਾਰੇ ਭ੍ਰਮਿਤ ਹੋਏ ਭੋਲੇ ਭਾਲੇ ਲੋਕ, ਉਹਨਾਂ ਨੂੰ ਧਰਮ ਦੇ ਨਾਂ ਤੇ ਇਹਨਾਂ ਨੇ ਭ੍ਰਮਿਤ ਕੀਤਾ ਹੋਇਆ ਵੀ ਕੋਈ ਵੀ ਆਪਦੇ ਅੱਖਾਂ ਤੋਂ ਪਰਦਾ ਚੱਕਣ ਤੇ ਸੋਚਣ ਵੀ ਸੱਚਾਈ ਕੀ ਹੈ ਦੇਸ਼ ਦੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅਸੀਂ ਜਿੱਥੇ ਖੜੇ ਹੈਗੇ ਆ ਵਾਈਟ ਹਾਊਸ ਦੇ ਸਾਹਮਣੇ ਖੜੇ ਆ, ਪਿਛਲੇ ਮਹੀਨਾ ਹੋ ਗਿਆ ਹੈਗਾ ਤੇ ਅਸੀਂ ਸੰਘਰਸ਼ ਵਿੱਚ ਸਮਰੱਥਾ ਦੇ ਰਹੇ ਹਾਂ, ਸਾਰਿਆਂ ਨੂੰ ਸੰਘਰਸ਼ ਦੇ ਰਹੇ ਹਾਂ ਤੇ ਅਸੀਂ ਕਹਿ ਰਹੇ ਹਾਂ ਕਿ ਨਾਲ ਜੁੜੋ। ਜਿੰਨੇ ਵੀ ਮੇਰੇ ਵੀਰ ਹਾਂਜੀ ਇੱਥੇ ਆਉਂਦੇ ਹਨ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਕਮਿਟਮੈਂਟ ਦੀ ਗੱਲ ਹੈਗੀ ਹੈ। ਮੈਂ ਤੇ ਇਹ ਕਹਿਣਾ ਚਾਹੁੰਦਾ ਹੈਗਾ ਕਿ ਜੇ ਅਸੀਂ ਸਾਡੇ ਜੇ ਲੀਡਰਸ਼ਿਪ ਸਾਨੂੰ ਉੱਥੇ ਜਿਹੜੀ ਬੈਠੀ ਹੈਗੀ ਆ, ਉਹ ਕਹਿੰਦੀ ਹੈ ਕਿ ਅਸੀਂ ਇੱਧਰ ਨੂੰ ਚੇਂਜ ਕਰਾਂਗੇ, ਜਿੱਧਰ ਨੂੰ ਚੇਂਜ ਕਰਾਂਗੇ, ਬਿਲਕੁਲ ਠੀਕ ਹੈ। ਪਰ ਅੱਜ ਇਹ ਇੱਕ ਜ਼ਰੂਰਤ ਹੈ ਕਿ ਮੋਦੀ ਸਾਹਿਬ ਨੂੰ ਦੇਖ ਲੈਣਾ ਚਾਹੀਦਾ ਹੈ ਵੀ ਜਿਹੜੀ ਇਹ ਕਿਸਾਨ ਭਰਾ ਹੈਗੇ ਜੀ, ਉਹ ਜੋ ਪੰਜਾਬ ਤੋਂ ਜਿੱਥੋਂ ਸ਼ੁਰੂ ਹੋਇਆ ਤਾਂ ਅੱਜ ਇਹ ਆਲ ਓਵਰ ਦੀ ਵਰਲਡ ਬਣ ਚੁੱਕਿਆ, ਇਹ ਅੰਦੋਲਨ ਚੱਲ ਚੁੱਕਿਆ ਹੈਗਾ। ਸੋ ਤੂੰ ਅਜੇ ਵੀ ਇਸ ਚੀਜ਼ ਨੂੰ ਸਮਝ ਲੈ ਤੇ ਤੇਰਾ ਸਾਰਾ ਮੁਲਕ, ਮੈਂ ਸਮਝਦਾ ਵੀ ਇੰਡੀਆ ਇਹਨਾਂ ਮੁਲਕ ਵੇਚ ਛੱਡਿਆ ਹੈਗਾ ਇਹਨਾਂ ਕਾਰਪੋਰੇਸ਼ਨਾਂ ਨੂੰ। ਸੋ ਸਾਨੂੰ ਆਉਣ ਵਾਲੇ ਜਿਹੜੇ ਵਕਤ ਦੇ ਵਿੱਚ ਮੈਂ ਸਮਝਦਾ ਵੀ ਇਹ ਸੰਘਰਸ਼ ਬਹੁਤ ਲੰਬਾ ਚੱਲੂਗਾ ਤੇ ਅਸੀਂ ਵੀ ਇਸ ਦੇ ਨਾਲ ਹੈ। ਕਮਿਟਮੈਂਟਾਂ ਸਾਡੀਆਂ ਸਾਰੀਆਂ ਹੈਗੀਆਂ ਤੇ ਇੱਥੇ ਜਿਸ ਤਰ੍ਹਾਂ ਵੀ ਹੈਗਾ, ਅਸੀਂ ਵਾਸ਼ਿੰਗਟਨ DC ਤੋਂ ਮੁੜ ਉਹਨਾਂ ਨੂੰ ਕਹਿ ਰਹੇ ਹਾਂ ਵੀ ਭਾਈ ਇਹਦੇ ਨਾਲ ਸਾਡਾ ਸਾਥ ਦਿਓ। ਤੇ ਮੈਂ ਸਮਝਦਾ ਵੀ ਬਾਈਡਨ ਗਵਰਨਮੈਂਟ, ਜਿਹੜੀ ਕਿ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਹੈ, ਕਮਲਾ ਹੈਰਿਸ ਹੈ, ਵੀ ਆਰ ਟ੍ਰਾਈਂਗ ਟੂ ਕਨਵਿੰਸ them ਕਿ ਦੇ ਨੀਡ ਟੂ ਟੇਕ ਐਕਸ਼ਨ। ਬਿਲਕੁਲ we can have these farmers, ਜਿਹੜੇ ਕਿ the farmers been sitting on the 3 to 4 months on the border, they can go back home। ਬਿਲਕੁਲ ਬਿਲਕੁਲ। ਸੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸੋ ਸਰਦਾਰ ਸਾਹਿਬ ਦੇ ਹੱਥੇ ਤੁਸੀਂ ਦੇਖ ਸਕਦੇ ਹੋ ਵੀ ਫਾਰਮ ਬਿੱਲ ਜਿਹੜੇ ਹੈਗੇ ਨੇ, ਇਹ ਡੈਥ ਵਾਰੰਟ ਨੇ फार्मर्स वास्ते ਤੇ नो फार्मर नो फूड। सो विनती कर रहे हैं उन सब लोगों से जिनको लगता है ये किसानों की जंग है। ये फार्मर बिल नहीं है, पहली बात तो ये ट्रेड कॉमर्स, अडानी अंबानी कॉरपोरेशन बिल इनको बोले, इनके अंदर फार्मर के बारे में कोई बात नहीं की गई। सो भैया हम ये खुला अल्टीमेटम दे रहे हैं, बेनती बूंती करने वाला काम हो गया खत्म। तो सीधा पूछ रहे हैं इंडिया की सरकार से कि आप हमें बताओ कितने में बेचा हमारे देश को, इन पूंजीपतियों और कॉरपोरेशनों को कितने में सौदा किया आपने। क्योंकि भैया आप बोलते हो कि आप बहुत पायनियर हो, आप बहुत क्रांतिकारी हो, तो हम आपको एक क्रांतिकारी आइडिया देते हैं, आप हमें बता दो, बहुत सस्ते में मतलब बच जाओगे। क्योंकि आप बार बार बोलते हो, क्योंकि देखो पॉलिटिकल एक्शन कमिटीज हर देश में होती हैं, अमेरिका में भी हैं, इंग्लैंड में भी हैं, हर जगह कॉरपोरेशनें खरीदती हैं, अपने की जो नेता हैं उनको खरीदने की कोशिश करती हैं। तो हम आपसे विनती कर रहे थे अब तक कि भैया ये बिल वापस ले लो। अब आपको दे रहे हैं खुला अल्टीमेटम कि भैया अगर पैसे की बात है हम आपको पैसे कर देंगे। हर किसान अगर 10-10 रुपए जोड़े रोज के तो 750 करोड़, क्योंकि आधी पॉपुलेशन अभी भी इंडिया के किसान है डायरेक्टली, और इनडायरेक्टली अगर फार्मर सपोर्टर करें तो कम से कम 750 करोड़ रुपया आपको हम रोज का दे सकते हैं। ठीक है ना। उसके बाद 2024 के इलेक्शन तक वो बहुत पैसा हो जाएगा। आपको जरूरत नहीं कॉर्पोरेशनों से पैसा लेने की। आप महंगे महंगे जहाज लेके कभी बांग्लादेश चले जाते हो, उनको बताते हो कि आपने आजादी के लिए किया। ठीक है, लोगों को बेवकूफ बना रहे हो यार। आप सीधा बताओ ना कि कितने में बेच दिया देश। जितने में भी देश आपने बेचा उतने पैसे आपको हम दे देंगे। सो आप क्रांतिकारी आपको आइडिया दे रहे हैं, बहुत अच्छा, कि जितने में आपने देश को बेचा उतने पैसे किसानों से ले लो। ठीक है ना। आपको हर रोज के 800-700 करोड़ जो भी बनता है वो आपको इकट्ठा करके 10-10 रुपए बचा के सारे किसान, कोई बंदा अपनी एक दिन की चाय छोड़ देगा। अगर कोई भाई हमारा, जैसे कई किसान कोई बीड़ी पीता है, कुछ करता है, उसका पैकेट भी होता होगा, कोई हुक्का मारता है, तो आपको हम थोड़ा सा 10 रुपए दे दिया करेंगे भाई रोज के। हमारे बुजुर्गों की जानें नहीं जाएंगी। तो आप हमारे से सस्ते में सौदा कर लो।
अगर जानों का सौदा करने लगे तो निश्चय कर जीत करने वाली ये कौम कभी पीछे नहीं हटती भैया। हमने अपने खोपड़ उतरवा के मुगलों से ये जमीनें ली हैं, तो आप मुगल सरकार के साथ जुल्म का मुकाबला कर रहे हो। अंग्रेज सरकार से तो आप ऊपर जा चुके हो ऑलरेडी। जैसे अंग्रेज सरकार बिना पूछे कानून बनाती थी किसानों पे लगान के, ठीक है ना। बॉम्बे प्रेसिडेंसी कानून बनाती थी जमीनों को कॉन्फिस्केट करने के लिए। पंजाब लैंड एलिनेशन एक्ट बनाया गया अंग्रेजों के द्वारा हमारी जमीनें दबाने के लिए। हम उनसे नहीं डरे। आप तो हमारे से चुनी हुई सरकार हो, आपको देश के लोगों ने चुना है और बाकी आपने ईवीएम में जो घपला की है वो भी हम जल्दी हटा देंगे। सो आपको ये बता रहे हैं बेनती करके कि भैया अगर तो ये कानून वापस लेने हैं, और ये जो एमएसपी का रिटर्न कानून बनाना है ये हमारा हक है। एमएसपी ये कोई पॉलिटिकल बात नहीं है, अपना हक मांग रहे हैं किसान। सो हम आपको बोल रहे हैं, हमें बताओ कि हमारा देश कितने में बेचा पूंजीपतियों को, उतने पैसे आपको दे दिए जाएंगे। आप देख सकते हो खुली सपोर्ट मिल रही है हर जगह, और पूरे देश के लोग जहां पे भी इंडियन डायस्पोरा पूरी दुनिया में रह रहा है सबको समझ आ गया कि आप कर क्या रहे हो। फैसिज्म की तरफ देश को लेके जा रहे हो, कॉर्पोरेशनों को बेच रहे हो, आपने रेलें बेचने की तैयारी कर रखी है। अब हमारे फोन कम्युनिकेशन सब कुछ आपने बेच दिया, स्टील। सो आपको बेनती कर रहे हैं कि भाई साहब थोड़ा अकल को हाथ मारो। ये देश लोगों का है, बाय द पीपल, ऑफ द पीपल, फॉर द पीपल, ठीक है। इक्वल अपॉर्चुनिटी है हमारे पास। ये अंबानी अडानियों का देश नहीं है भैया। आज भी भारत गांव में बसता है। तो आप थोड़ा हिसाब लगा लो कि आपने जो किसानों की कौम से पंगा ले लिया, आप गलत कर रहे हो। मतलब अपने देश के साथ गलत कर रहे हो, पूरे साउथ ईस्ट एशिया के साथ गलत कर रहे हो, ठीक है ना। बांग्लादेश से कुछ सीख लो जहां आप जाके आए हो। ग्रामीण बैंक मोहम्मद यूनुस जो उनका मॉडल है उससे कुछ सीख लो भैया। वो हर किसान को ऑक्सीजन बन के, फादर ऑफ माइक्रो क्रेडिट, हर किसान को पैसा दिला रहे हैं कि भैया चलो आप अपना बिजनेस करो, कुछ भी करो, उनकी हेल्प करने की कोशिश कर रहे हैं। आप वहां जाके बांग्लादेश को सत्याग्रह का चैप्टर पढ़ाने की कोशिश मत करो भैया, उनसे सीखने की कोशिश करो। सो आपसे पूछ रहे हैं खुला अल्टीमेटम, कितने में देश को बेचा उतने पैसे आप हमसे ले लो भैया। हमारे किसानों की जान नहीं जाएगी और ना ये आंदोलन चलने की जरूरत है, ठीक है ना। सो सबसे ऊपर रखेंगे देश का झंडा, पूरा करके रहेंगे किसान एजेंडा। वाह, किसान एकता जिंदाबाद, जिंदाबाद। एथे रख, एथे रख, एथे रख। हाय, थैंक यू सो मच फॉर सपोर्टिंग। सो भैया सारे दुनिया जाग गई है, आप धज्जियां उड़ा रहे हो संविधान की। आप संवैधानिक तरीके देश को चलाओ, ये आपके बाप की जागीर नहीं है। आपको हमने बैठाया वहां पे बैठ, आप राजतंत्र का सोचने का छोड़ो, ये लोकतंत्र है। सो लोकतंत्र की वैल्यूज को अपहोल्ड करो, और प्लीज जल्दी से जल्दी देश का सौदा कितने में किया वो फिगर सार्वजनिक करें भैया।